ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਰਾਗੀ ਜਥੇ ਨੇ ਪਵਿੱਤਰ ਬਾਣੀ ਦਾ ਰਸ ਭਿੰਨਾ ਕੀਰਤਨ ਸੰਗਤਾਂ ਨੂੰ ਸਰਵਣ ਕਰਵਾ ਕੇ ਖੁਸ਼ੇ ਲਏ। ਆਓ ਆਪਾਂ ਸਰਵਣ ਕਰ ਰਹੇ ਸੀ ਸ਼ਬਦ ਬੰਧਨ ਕਾਟ ਮੁਕਤ ਗੁਰ ਕੀਨਾ, ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰਬੜ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਕਾਮ ਕ੍ਰੋਧ ਰਹਾਉ ਕਾਮ ਕ੍ਰੋਧ, ਲੋਭ ਮੋਹਿ ਮਨ ਲੀਨਾ। ਬੰਧਨ ਕਾਟ ਮੁਕਤ ਗੁਰ ਕੀਨਾ, ਦੁਖ ਸੋ ਕਰਤ ਜਨ ਫਨ ਮੂਆ। ਚਰਨ ਕਮਲ ਗੁਰ ਆਸ਼ਰਮ ਦੀਆ, ਅਗਨ ਸਾਗਰ ਬੂੜ ਸੰਸਾਰਾ। ਨਾਨਕ ਮਹਾਂ ਪਕਰ ਸਤਿਗੁਰ ਨਿਸਤਾਰਾ। ਇਹ ਸ਼ਬਦ ਦਾ ਕੀਰਤਨ ਆਪ ਜੀ ਨੇ ਰਾਗੀ ਜਥੇ ਪਾਸੋਂ ਸਰਵਣ ਕੀਤਾ। ਆਓ ਇਸੇ ਸ਼ਬਦ ਦੀ ਵਿਚਾਰ ਅਤੇ ਅੱਜ ਦੇ ਪਵਿੱਤਰ ਇਤਿਹਾਸਕ ਦਿਹਾੜੇ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਰਹਾਉ। ਵਾਹਿਗੁਰੂ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਅੰਗ 803 ਉੱਪਰ ਰਾਗ ਬਿਲਾਵਲ ਵਿੱਚ ਸੁਭਾਏਵਾਨ ਹਨ। ਤੋ ਅੱਜ ਆਪਾਂ ਸੰਸਾਰ ਭਰ ਦੇ ਵਿੱਚ ਬੰਦੀ ਛੋੜ ਦਿਵਸ ਮਨਾ ਰਹੇ ਹਾਂ। ਗੁਰਮਤਿ ਮੁਤਾਬਕ ਹਿੰਦੂ ਵੀਰ ਹੈ ਜਿਹੜੇ ਇਸੇ ਦਿਨ ਨੂੰ ਦੀਵਾਲੀ ਦੇ ਰੂਪ 'ਚ ਮਨਾ ਰਹੇ ਨੇ। ਤੋ ਗੁਰੂ ਪਿਆਰਿਓ, ਅਸਲ ਵਿੱਚ ਜੋ ਸੱਚੀ ਗੱਲ ਹੈ, ਜਦੋਂ ਝੂਠ ਤੇ ਸੱਚ ਦੀ ਜਿੱਤ ਹੁੰਦੀ ਹੈ, ਬਦੀ ਤੇ ਨੇਕੀ ਦੀ ਜਿੱਤ ਹੁੰਦੀ ਹੈ, ਉਹਨਾਂ ਸਮਿਆਂ ਨੂੰ ਸਾਰੀ ਦੁਨੀਆ ਹੀ ਯਾਦ ਕਰਦੀ ਆ। ਉਹ ਸਮਾਂ ਜਿਸ ਵੇਲੇ ਭਾਰਤ ਵਰਸ਼ ਵਿੱਚ ਮੁਗਲਾਂ ਦਾ ਰਾਜ ਸੀ ਤੇ ਮੌਕੇ ਦਾ ਰਾਜਾ ਸੀ ਜਹਾਂਗੀਰ, ਔਰ ਉਸ ਦੇ ਦੋਖੀ ਵਜ਼ੀਰ ਚੰਦੂ ਦੁਸ਼ਟ ਵਰਗੇ, ਜਿਨ੍ਹਾਂ ਨੇ ਉਹਨਾਂ ਮੁਗਲਾਂ ਦੇ ਤੁਰਕਾਂ ਦੇ ਮਗਰ ਲੱਗ ਕੇ ਆਪਣੇ ਹੀ ਲੋਕਾਂ ਨੂੰ ਬੜੇ ਦੁੱਖ ਦਿੱਤੇ। ਕਿਉਂਕਿ ਜਦੋਂ ਕੋਈ ਕੁਰਸੀ 'ਤੇ ਬਹਿ ਜਾਂਦਾ ਹੈ, ਅੱਜ ਵੀ ਅਸੀਂ ਦੇਖਦੇ ਹਾਂ, ਜਦੋਂ ਇਹ ਰਾਜ ਵਾਲੀ ਕੁਰਸੀ ਕਿਸੇ ਨੂੰ ਮਿਲ ਜਾਂਦੀ ਹੈ ਉਹਦੀ ਮੱਤ ਮਾਰੀ ਜਾਂਦੀ ਹੈ। ਫਿਰ ਉਹ ਇਹ ਨਹੀਂ ਵੇਖਦਾ ਕਿ ਮੈਂ ਆਪਣੇ ਹੀ ਦੇਸ਼ ਦੀ ਜਨਤਾ ਨੂੰ ਦੁੱਖ ਦੇ ਰਿਹਾ ਕਿ ਸੁੱਖ ਦੇ ਰਿਹਾ। ਬਸ ਆਪਣੇ ਹੰਕਾਰ ਹੈਂਕੜੀ ਦੇ ਵਿੱਚ ਆਪਣਾ ਹੀ ਨਾਮ ਜਪਾਉਣਾ ਚਾਹੁੰਦਾ, ਚਾਹੇ ਉਹ ਹਰਨਾਕਸ਼ ਦੇ ਵੇਲੇ ਸਮਾਂ ਹੋਇਆ ਤੇ ਚਾਹੇ ਗੁਰੂ ਪਿਆਰਿਓ ਔਰੰਗਜ਼ੇਬ ਜਹਾਂਗੀਰ ਵਰਗਿਆਂ ਦਾ ਸਮਾਂ। ਕਿਉਂ ਕੁਰਸੀ ਦਾ ਸੁਭਾਅ ਹੈ ਤੇ ਕੁਰਸੀ ਦਾ ਸੁਭਾਅ ਜਿਹੜਾ ਵੀ ਕੁਰਸੀ 'ਤੇ ਬਹਿੰਦਾ ਉਹਦੇ ਵਿੱਚ ਹੀ ਆ ਜਾਂਦਾ ਹੈ। ਕਹੋ ਸਤਿਨਾਮ ਸ੍ਰੀ, ਉਹਦੇ ਵਿੱਚ ਹੀ ਉਹ ਸੁਭਾਅ ਆ ਜਾਂਦਾ। ਤੇ ਅੱਜ ਦੀਆਂ ਸਰਕਾਰਾਂ ਵੀ ਇੱਦਾਂ ਦੀਆਂ ਹੀ ਆ, ਉਹਨਾਂ ਦੇ ਵਿੱਚ ਵੀ ਉਹ ਕੁਰਸੀ ਦਾ ਜਿਹੜਾ ਸੁਭਾਅ ਆਦਤ ਬਣ ਚੁੱਕੀ ਆ, ਸੰਸਾਰ ਦੇ ਲੋਕਾਂ ਨੂੰ ਦੁੱਖ ਦੇਣ ਵਾਲੇ। ਤੇ ਅੱਜ ਅਰਦਾਸ ਕਰੀਏ ਉਹ ਬੰਦੇ ਛੋੜ ਸਤਿਗੁਰੂ ਇਹੋ ਜਿਹੇ ਦੁਸ਼ਟਾਂ ਦਾ ਫਿਰ ਖਾਤਮਾ ਕਰ, ਫਿਰ ਦੁਨੀਆ ਦੁੱਖ ਦੇਣ 'ਤੇ ਲੱਗੇ ਹੋਏ ਆ। ਖੈਰ, ਜਿਸ ਵੇਲੇ ਪੰਜਵੇਂ ਪ੍ਰੀਤਮ
ਸ਼ਾਹੇ ਸ਼ਹਿਨਸ਼ਾਹ ਦੋ ਜਹਾਨ ਕੇ ਵਾਲੀ ਮਾਤ ਲੋਕ ਵਿੱਚ ਦੁਨੀਆ ਨੂੰ ਤਾਰ ਰਹੇ ਸੀ। ਉਸ ਵੇਲੇ ਦੁਸ਼ਟ ਚੰਦੂ ਵਰਗਿਆਂ ਨੇ ਜਹਾਂਗੀਰ ਦੇ ਮਗਰ ਲੱਗ ਕੇ ਗੁਰੂ ਨਾਨਕ ਦੇ ਇਹ ਸੱਚ ਦੇ ਘਰ ਨੂੰ ਦਬਾਉਣ ਦੀ, ਖਤਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਦੇ ਮਹਾਵਾਕ ਅਨੁਸਾਰ ਜੋ ਗੁਰੂਆਂ ਦੇ ਮੁਖ ਚੋਂ ਨਿਕਲੇ ਬਚਨ ਹੈ ਉਹ ਲੋਹੇ ਤੇ ਲਕੀਰ ਹੈ। ਉਹ ਤੀਹੋ ਕਾਲ ਸੱਤ ਹੈ, ਸਦਾ ਸੱਤ ਹੈ, ਕਦੇ ਖਤਮ ਹੋਣ ਵਾਲੇ ਨਹੀਂ। ਪਰ ਝੂਠ ਹੈ ਜਿਹੜਾ ਕੋਸ਼ਿਸ਼ ਤਾਂ ਕਰਦਾ ਹਨੇਰਾ ਚਾਨਣ ਨੂੰ ਦਬਾਉਣ ਦੀ, ਪਰ ਜਦੋਂ ਚਾਨਣ ਪ੍ਰਗਟ ਹੁੰਦਾ ਫਿਰ ਹਨੇਰਾ ਭਾਲਿਆ ਨਹੀਂ ਥਿਆਉਂਦਾ। ਥੋੜ੍ਹ ਚਿਰਾ ਹੁੰਦਾ ਹੈ, ਜਿਵੇਂ ਭਾਈ ਸਾਹਿਬ ਰਾਗੀ ਜਥਾ ਸ਼ਬਦ ਗਾਇਆ ਕਰਦਾ ਹੈ, ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ। ਆ ਤੁਸੀਂ ਦੀਵੇ ਜਗਾਓਗੇ ਰਾਤ ਨੂੰ, ਕਿੰਨਾ ਕੁ ਚਿਰ ਜਗਣਗੇ? 10 ਮਿੰਟ ਵੱਧ ਤੋਂ ਵੱਧ 15 ਮਿੰਟ ਬੁੱਝ ਜਾਣਗੇ। ਸਾਨੂੰ ਇਹਦੇ ਅਰਥਾਂ ਦਾ ਬਹੁਤ ਘੱਟ ਪਤਾ ਹੈ। ਸੋਚਦੇ ਹਾਂ ਸ਼ਾਇਦ ਇਹ ਦੀਵਾਲੀ ਦੀ ਮਹਿਮਾ ਹੋ ਰਹੀ ਹੈ, ਲੇਕਿਨ ਗੁਰੂ ਸਾਹਿਬ ਨੇ ਸਾਰੀਆਂ ਹੀ ਬਾਣੀਆਂ ਵਿੱਚ ਸਾਨੂੰ ਬ੍ਰਹਮ ਗਿਆਨ ਦਿੱਤਾ ਹੈ। ਚਾਹੇ ਉਹ ਭਾਈ ਗੁਰਦਾਸ ਜੀ ਦੀਆਂ ਬਚਨ ਹਨ, ਕਵਿਤ ਵਾਰਾਂ, ਚਾਹੇ ਗੁਰਬਾਣੀ ਦੇ ਵਿੱਚ ਬਾਣੀਆਂ ਹਨ, ਆਨੰਦ ਸਾਹਿਬ ਹੈ, ਅਲਾਹਣੀਆਂ ਹੈ, ਬਾਣੀ 9ਵੇਂ ਪਾਤਸ਼ਾਹ ਜੀ ਦੀ ਹੈ, 5ਵੇਂ ਪਾਤਸ਼ਾਹ ਜੀ ਦੀ ਹੈ। ਇਵੇਂ ਇਹ ਕਵਿਤ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਹੈ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਦੇਖੋ ਨਾ, ਦੀਵਾਲੀ ਦੀ ਰਾਤ ਵਿੱਚ ਦੀਵੇ ਬਾਲੇ ਜਾਂਦੇ ਆ, ਉਹ ਕਿੰਨਾ ਕੁ ਚਿਰ ਜਗਦੇ ਆ? ਥੋੜਾ ਚਿਰ ਜਗਦੇ ਆ, ਬੁੱਝ ਜਾਂਦੇ ਆ। ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਕਹਿੰਦੇ ਫੁੱਲਾਂ ਕੀ ਬਾਗਾਤ ਚੁਣ ਚੁਣ ਚਾਲੀਅਨ। ਜਿਹੜੇ ਫੁੱਲ ਹੁੰਦੇ ਨੇ, ਅੱਜ ਦੇ ਦਿਹਾੜੇ ਤੇ ਬਹੁਤ ਸਾਰੇ ਲੋਕ ਫੁੱਲ ਤੋੜਨਗੇ ਔਰ ਉਹਨਾਂ ਨੂੰ ਲੈ ਕਰਕੇ ਆਪੋ ਆਪਣੇ ਪੂਜਿਆ ਅਰਾਧਿਆ ਦੇ ਉੱਪਰ ਚੜਾਉਣਗੇ। ਤੇ ਉਹ ਫੁੱਲਾਂ ਦੀ ਜਿਹੜੀ ਖੁਸ਼ਬੂ ਹੈ ਉਹ ਵੀ ਕਿੰਨਾ ਕੁ ਚਿਰ ਰਹਿਣ ਵਾਲੀ ਆ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ। ਰਾਤ ਨੂੰ ਤਾਰੇ ਹੁੰਦੇ ਆ, 12 ਵਜੇ ਤੱਕ ਬੜਾ ਟਿਮ ਟਪਾਉਂਦੇ ਆ, ਪਰ ਜਦੋਂ ਹੀ ਦਿਨ ਚੜ੍ਹ ਜਾਂਦਾ ਤੇ ਮੁੜ ਕੇ ਲੱਭਦੇ ਨਹੀਂ, ਭਾਲੇ ਨਹੀਂ ਥਿਆਉਂਦੇ। ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ। ਮਾਲੀ ਬਾਗ ਵੀ ਜਾਂਦਾ ਹੈ, ਖਿੜੇ ਹੋਏ ਫੁੱਲਾਂ ਨੂੰ ਚੁਣ ਚੁਣ ਕੇ ਤੋੜ ਲੈਂਦਾ, ਉਹਨਾਂ ਦਾ ਜੀਵਨ ਸਮਾਪਤ। ਥੋੜੇ ਸਮੇਂ ਦੀ ਖੁਸ਼ਬੂ ਹੈ। ਕਿਸੇ ਸ਼ਾਇਰ ਨੇ ਸੋਹਣਾ ਲਿਖਿਆ ਫੁੱਲਾਂ ਦੀ ਬਾੜੀ ਵਿੱਚ, ਫੁੱਲਾਂ ਵੱਲੋਂ ਫੁੱਲ ਕਹਿੰਦੇ, ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ, ਲੱਖਾਂ ਅਗਾਹ ਜੇ ਆਵੇ ਇੱਥੇ ਖਾਲੀ ਇੱਕ ਨਾ ਜਾਈ, ਤੂੰ ਜੇ ਕੱਲਾ ਤੋੜ ਕੇ ਲੈ ਗਿਓ ਇੱਕ ਜੋਗਾ ਰਹਿ ਜਾਸਾਂ, ਉਹ ਵੀ ਪਲਕ ਝਲਕਦਾ ਮੇਲਾ ਰੂਪ ਮਹਿਕ ਨਸ ਜਾਈ। ਫੁੱਲਾਂ ਦਾ ਸਮਾਂ ਵੀ ਥੋੜੇ ਸਮੇਂ ਦਾ ਹੀ ਆ। ਫੁੱਲਾਂ ਕੀ ਬਾਗਾਤ ਚੁਣ ਚੁਣ ਚਾਲੀਅਨ। ਜਿਵੇਂ ਮਾਲੀ ਫੁੱਲਾਂ ਦੇ ਵਿੱਚੋਂ ਖਿੜੇ ਹੋਏ ਫੁੱਲ ਤੋੜ ਕੇ ਲੈ ਜਾਂਦਾ, ਫਿਰ ਨਵੇਂ ਖਿੜਦੇ ਆ, ਫਿਰ ਉਹਨਾਂ ਨੂੰ ਤੋੜ ਕੇ ਲੈ ਜਾਂਦਾ। ਤੀਰਥ ਜਾਤੀ ਜਾਤ ਨੈਣ ਨਿਹਾਲੀਅਨ। ਤੀਰਥਾਂ ਦੇ ਉੱਤੇ ਮੇਲੇ ਲੱਗਦੇ ਆ ਅੱਜ ਦਿਹਾੜੇ ਤੇ। ਗੁਰੂ ਨਾਨਕ ਦੇ ਘਰਾਂ ਵਿੱਚ ਵੈਸੇ ਸਦਾ ਹੀ ਰੌਣਕ ਰਹਿੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਤੀਰਥਾਂ ਤੇ ਮੇਲੇ ਲੱਗਦੇ ਆ। ਮੇਲਾ 2-3 ਦਿਨਾਂ ਦਾ ਹੁੰਦਾ ਹੈ। ਬੜੀ ਰੌਣਕ, ਬੜੀ ਚਹਿਲ ਪਹਿਲ ਹੋ ਜਾਂਦੀ ਹੈ ਤੀਰਥਾਂ ਤੇ, ਪਰ ਜਨਤਾ ਆਈ ਜਾਂਦੀ ਹੈ, ਜਾਈ ਜਾਂਦੀ ਹੈ। 2-3 ਦਿਨਾਂ ਬਾਅਦ ਉੱਥੇ ਫਿਰ ਉਹੀ ਸੁੰਨਸਾਨ ਵਰਤ ਜਾਂਦੀ ਆ। ਕਹੋ ਸਤਨਾਮ ਸ੍ਰੀ। ਤੀਰਥ ਜਾਤੀ, ਤੀਰਥਾਂ ਦੇ ਯਾਤਰੀ ਆਉਂਦੇ ਆ, ਤੁਰੇ ਜਾਂਦੇ ਆ, ਅੱਖਾਂ ਦੇ ਨਾਲ ਅਸੀਂ ਵੇਖਦੇ ਹਾਂ। ਹਰ ਚੰਦੌਰੀ ਝਾਤ ਵਸਾਏ ਨਿਹਾਲੀਅਨ।
ਉਚਾਲੀਅਨ। ਹਰ ਚੰਦੌਰੀ ਕੀ ਹੁੰਦੀ ਹੈ? ਸੁਪਨੇ ਵਿੱਚ ਬਣਾਇਆ ਮਹਿਲ, ਹਰੀ ਚੰਦ ਦੀ ਨਗਰੀ। ਜਿਵੇਂ ਕਈ ਵਾਰੀ ਆਪਾਂ ਪਹਾੜਾਂ ਆਪਣਾ ਆਕਾਸ਼ ਵੱਲ ਦੇਖੀ, ਜਦੋਂ ਬੱਦਲ ਹੁੰਦੇ ਆ ਤੇ ਬੱਦਲਾਂ ਦੇ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨ ਬਣਦੇ ਆ। ਜੇ ਆਪਾਂ ਉਹਨਾਂ ਡਿਜ਼ਾਈਨਾਂ ਨੂੰ ਲੈ ਕੇ ਵੇਖੀਏ ਕਿ ਆ ਹੁਣ ਘਰ ਜਾ ਬਣ ਗਿਆ ਓਏ, ਪਰ 2 ਮਿੰਟਾਂ ਬਾਅਦ ਉਹ ਬੱਦਲ ਫੇਰ ਬਦਲ ਜਾਂਦਾ ਹੈ, ਹੱਲ ਜਾਂਦਾ, ਘੁੰਮ ਜਾਂਦਾ, ਉਹ ਘਰ ਜਾ ਢਹਿ ਜਾਂਦਾ। ਤੋ ਇਸੇ ਤਰ੍ਹਾਂ ਹਰੀ ਚੰਦ ਨਗਰੀ ਜਿਹੜੀ ਦੱਸੀ ਗਈ ਹੈ, ਇਤਿਹਾਸ ਵਿੱਚ ਗੱਲ ਕੀਤੀ ਹੈ, ਇਹਦਾ ਮਤਲਬ ਹੈ ਸੁਪਨੇ ਦੇ ਘਰ। ਸੁਪਨੇ ਵਿੱਚ ਬਣਾਈ ਹੋਈ ਚੀਜ਼ ਸਦਾ ਰਹਿਣ ਵਾਲੀ ਨਹੀਂ ਹੁੰਦੀ। ਹਰ ਚੰਦੌਰੀ ਝਾਤ ਵਸਾਏ ਉਚਾਲੀਅਨ, ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ। ਫਿਰ ਸਦਾ ਰਹਿਣ ਵਾਲੀ ਕਿਹੜੀ ਚੀਜ਼ ਆ? ਇੰਨੀਆਂ ਉਦਾਹਰਨਾਂ ਭਾਈ ਸਾਹਿਬ ਜੀ ਨੇ ਦਿੱਤੀਆਂ, ਲਗਭਗ 5 ਉਦਾਹਰਨਾਂ। ਦੀਵਾਲੀ ਦੇ ਦੀਵਿਆਂ ਦੀ, ਆਕਾਸ਼ ਦੇ ਤਾਰਿਆਂ ਦੀ, ਬਾਗ ਦੇ ਫੁੱਲਾਂ ਦੀ, ਆਕਾਸ਼ ਵਿੱਚ ਬਣੇ ਪਹਾੜਾਂ ਦੇ ਨਕਸ਼ੇ ਹਰ ਚੰਦੌਰੀ ਦੀ, ਔਰ ਇਸੇ ਤਰ੍ਹਾਂ ਹੀ ਤੀਰਥਾਂ ਦੀ, ਯਾਤਰਾ ਦੇ, ਆਉਣ ਜਾਣ ਦੀ, ਯਾਤਰੀਆਂ ਦੇ। ਤੇ ਇਹ ਉਦਾਹਰਨਾਂ ਦੇ ਕੇ ਭਾਈ ਸਾਹਿਬ ਅਖੀਰ ਤੇ ਸਾਨੂੰ ਤੱਤ ਦੀ ਗੱਲ ਸਮਝਾਉਂਦੇ ਨੇ। ਸਿੱਖਾ ਇਹ ਸਭ ਕੁਝ ਖਤਮ ਹੋਣ ਵਾਲਾ ਹੈ, ਸਦਾ ਰਹਿਣ ਵਾਲਾ ਨਹੀਂ। ਸਦਾ ਰਹਿਣ ਵਾਲਾ ਕੀ ਹੈ? ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ। ਗੁਰਮੁਖ ਇਹ ਸਭ ਕੁਝ ਤਿਆਗ ਕੇ ਸੱਚੇ ਸ਼ਬਦ ਨੂੰ ਸੰਭਾਲਦਾ ਹੈ। ਅੱਜ ਦਾ ਦਿਹਾੜਾ ਸਾਨੂੰ ਯਾਦ ਕਰਾਉਂਦਾ ਹੈ ਕਿ ਮੁਗਲਾਂ ਨੇ, ਤੁਰਕਾਂ ਨੇ ਆਪਣੇ ਰਾਜ ਦੇ ਵਿੱਚ ਸੋਚਿਆ ਅਸੀਂ ਤਾਂ ਮਰਦੇ ਹੀ ਨਹੀਂ, ਸਾਡਾ ਰਾਜ ਕਾਇਮ ਹੋ ਗਿਆ। ਅੱਜ ਦੀਆਂ ਸਰਕਾਰਾਂ ਵੀ ਸ਼ਾਇਦ ਇਹੀ ਸੋਚਦੀਆਂ ਵੀ ਅਸੀਂ ਤਾਂ ਹੁਣ ਰਾਜ ਤੋਂ ਜਾਂਦੇ ਨਹੀਂ। ਪਰ ਅੱਜ ਕੱਲ੍ਹ ਤਾਂ ਪਰਮੇਸ਼ਰ ਦੇ ਹੱਥ ਨੇ, ਜਨਤਾ ਦੇ ਹੱਥ ਦਿੱਤੀ ਹੈ ਚਾਬੀ। ਜਦੋਂ ਮਰਜ਼ੀ ਵੋਟਾਂ ਪਾ ਕੇ ਥੱਲੇ ਲਾ ਦੇਣ ਗੱਦੀ ਤੋਂ, ਹਮੇਸ਼ਾ ਪਰਮੇਸ਼ਰ ਦੇ ਹੱਥ ਵਿੱਚ ਹੈ। ਉਸ ਵੇਲੇ ਜਹਾਂਗੀਰ ਦਾ ਦੀਵਾਨ ਚੰਦੂ ਦੁਸ਼ਟ, ਜਿਸ ਨੇ ਜਾਣ ਬੁੱਝ ਕੇ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਸ਼ਹੀਦੀ ਤੱਕ ਪਹੁੰਚਾਇਆ। ਪਰ 10ਵੇਂ ਪਾਤਸ਼ਾਹ ਦਾ ਬਚਨ ਇੱਥੇ ਯਾਦ ਆਉਂਦਾ ਵੀ ਜਬੈ ਬਾਣ ਲਾਗਿਓ ਤਬੈ ਰੋਹ ਜਾਗਿਓ। ਇਹ ਵੀ ਬਦਲਾਓ ਹੈ। ਸ੍ਰਿਸ਼ਟੀ ਜਿਹੜੀ ਹੈ, ਕੁਦਰਤ ਜਿਹੜੀ ਹੈ, ਬਦਲਾਓ ਹੈ। ਬਦਲਾਓ ਆਉਂਦਾ, ਹਰੇਕ ਚੀਜ਼ ਵਿੱਚ ਬਦਲਾਓ ਆਉਂਦਾ, ਸਾਡੇ ਜੀਵਨ 'ਚ ਆਉਂਦਾ, ਕੁਦਰਤ ਵਿੱਚ ਵੀ ਆਉਂਦਾ। ਇਹ ਬਦਲਾਓ ਵੀ ਜ਼ਰੂਰੀ ਸੀ, ਪਰ ਇਹਦਾ ਉਲਾਂਭਾ, ਇਸ ਦੀਆਂ ਫਿਟਕਾਰਾਂ, ਇਹਦੀਆਂ ਲਾਹਨਤਾਂ ਜਿਹੜੀਆਂ ਚੰਦੂ ਖੱਟ ਗਿਆ, ਮੁਗਲ ਖੱਟ ਗਏ। ਚੰਦੂ ਨੇ 5ਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ। ਆਪਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ। ਸ਼ਹੀਦੀ ਹੋਣ ਤੋਂ ਪਹਿਲਾਂ 5ਵੇਂ ਪਾਤਸ਼ਾਹ ਜੀ ਨੇ ਆਪਣੇ ਨਾਲ ਗਏ ਸਿੱਖਾਂ ਨੂੰ, ਭਾਈ ਪੈੜਾ, ਲੰਗਾਹਾ, ਇਹ ਜਿਹੜੇ 5 ਸਿੱਖ ਨਾਲ ਸਨ, ਇਹਨਾਂ ਨੂੰ ਹੁਕਮ ਲਾਇਆ ਵੀ ਜਾ ਕੇ ਕਹਿ ਦਿਓ ਹਰਗੋਬਿੰਦ ਸਾਹਿਬ ਨੂੰ ਹੁਣ ਸ਼ਸਤਰ ਚੱਕਣ ਦਾ ਟਾਈਮ ਆ ਗਿਆ, ਹੁਣ ਨਹੀਂ ਸਰਨਾ। ਕਹੋ ਸਤਨਾਮ ਸ੍ਰੀ। ਬਸ ਮੈਂ ਦੇਖ ਲਿਆ, ਨਿਮਰਤਾ ਦੀ ਇੰਤਹਾ ਕਰਕੇ ਦੇਖ ਲਿਆ, ਤੇ ਦੁਸ਼ਟ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ ਹੈ। ਕਹੋ ਸਤਨਾਮ ਸ੍ਰੀ। ਮੈਂ ਨਿਮਰਤਾ ਰੱਖ ਕੇ ਦੇਖ ਲਈ ਆ। 5ਵੇਂ ਜਾਮੇ ਤੱਕ ਬਾਬੇ ਨਾਨਕ ਤੋਂ ਲੈ ਕੇ ਨਿਮਰਤਾ ਹੀ ਵਰਤੀ ਨਾ, ਪਿਆਰ ਨਾਲ ਸਮਝਾਇਆ ਸਭ ਨੂੰ। ਪਰ 10ਵੇਂ ਜਾਮੇ ਪ੍ਰੀਤਮ ਕਹਿੰਦੇ ਜਦੋਂ ਕੋਈ ਪਿਆਰ ਨਾਲ ਨਾ ਸਮਝੇ, ਫਿਰ ਡੰਡਾ ਹੀ ਭੁੱਲਿਆਂ ਨੂੰ ਰਸਤੇ ਪਾਉਂਦਾ। ਅੱਜ ਦਾ ਸ਼ਬਦ ਆਪਾਂ ਪੜ੍ਹਿਆ, ਕਪੂਲੇ ਮਾਰਗ ਜਿਨ੍ਹੇ ਬਤਾਇਆ। ਫਿਰ ਨਾ ਭੁੱਲਿਆਂ ਭਟਕਿਆਂ ਨੂੰ ਡੰਡੇ ਨਾਲ ਰਸਤੇ ਪਾਇਆ ਜਾਂਦਾ। ਚੁੰਕਾਰ ਅਜਾ ਹਮ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਅਸੀਂ ਵੇਖ ਰਹੇ ਹਾਂ ਜਦੋਂ ਕੋਈ ਹੱਥ ਬੰਨਿਆ ਨਾ ਮੰਨੇ, ਪਿਆਰ ਨਾਲ ਸਮਝਾਇਆ ਨਾ ਮੰਨੇ, ਫਿਰ ਉਹ ਤਲਵਾਰ ਚੱਕਣੀ ਜਾਇਜ਼ ਹੁੰਦੀ ਹੈ। ਤੇ 5ਵੇਂ ਪਾਤਸ਼ਾਹ ਜੀ ਸ਼ਹੀਦੀ ਪਾ ਗਏ, ਲੇਕਿਨ ਸ਼ਹੀਦੀ ਤੋਂ ਪਾਉਣ ਤੋਂ ਪਹਿਲਾਂ ਗਾਈਡ ਕਰ ਗਏ ਅੱਗੇ। ਹਰਗੋਬਿੰਦ ਸਾਹਿਬ ਜੀ ਦੇ ਲਈ ਸੁਨੇਹਾ ਭੇਜ ਦਿੱਤਾ ਹੈ ਕਿ ਹੁਣ ਸ਼ਸਤਰ ਧਾਰਨ ਕਰ ਲਓ, ਫੌਜ ਨੂੰ, ਸਿੱਖਾਂ ਨੂੰ ਸ਼ਸਤਰ ਧਾਰੀ ਬਣਾਓ, ਸੰਗਤਾਂ ਨੂੰ, ਤਾਂ ਕਿ ਇਹਨਾਂ ਦੁਸ਼ਟਾਂ ਦੇ ਜ਼ੁਲਮ ਦਾ ਖਤਮ ਕੀਤਾ ਜਾਵੇ। ਐਦਾਂ ਚੁੱਪ ਕਰਿਆ ਗੱਲ ਨਹੀਂ ਬਣਨੀ। ਹੁਣ
तो पंजवें पातशाह जी की शहीदी तो बाद उन्होंने संस्कार होए, अपना ज्योति जोत समा गए। सतगुरु पंजा सिखां ने आउणा कीता वापस हरमंदर साहब अमृतसर। शोक दे विच है, गम दे विच है। पंजे सिख पातशाह ने पूछा की गल होई, कहंदे जी भाणा वरत गया। सतगुरु पातशाह जी ने अपनी जिहड़ा सिदक सी वो नहीं छड्डिया, ते चंदू ने अपनी जिद नहीं छड्डी, अड़ी नहीं छड्डी। अनेकों तरह के तसीहे दिंदा होया अखीर कहदा जी अज गल ना मन्नी तो मैं तैनूं गां दी खल विच मढ़ा के धुप्पे रख दूंगा। ते पंजवें पातशाह जी उस तो पहला ही रावी नदी ते आके जपजी साहिब दा पाठ करते हुए ज्योति जोत समा गए और ये सुनेहा दे गए कि कह दिओ हुण हरगोबिंद साहिब नूं बई शस्त्र धारण कर लवे, हुण शस्त्रां नाल ही गल बननी है, प्यार नाल नहीं बननी। और हरगोबिंद साहिब जी नूं भोग पाए गए। उस वेले एक सहज पाठ किया गया बाबा बुढ़ा जी वालों। सहज पाठ तो बाद भोग पाए गए। भोग ते संगतां इकट्ठियां होईयां ते सतगुरां ने कहा अगली दसवीं आ रही है जिहड़ी ऐतवार दी, उस दिन गुरता गद्दी दी जिहड़ी है रचना होवेगी। सारियां संगतां ने उदने साडे कोल आउणा। अज तां भोग पाएगी। पंजवें पातशाह जी दे निमित्त रखे हुए खंड पाठां दे सहज पाठ किया गया बाबा बुढ़ा जी वालों। हुण तुसीं दसवीं वाले दिन आयो, सारी संगत नूं सुनेहा ला दिओ, मसंदा नूं सेवकां नूं सुनेहा लवा दिते बई उस दिन गुरता गद्दी दा तिलक होवेगा ते तुसीं भेटावां की लैके आउणीआं मेरे लई। पहलां तुसीं तरह तरह दीआं भेटावां लिआउंदे सी, माला होर वस्तुआं वस्त्र कपड़े सोना चांदी, पर हुण मैनूं वधिया वधिया नौजवान फौज च भर्ती करन लई वधिया घोड़े ते वधिया शस्त्र चाहिए, बस ये भेटा लैके आयो आउंदे होए। ते फिर गुरु प्यारिओ उस तो पहला पातशाह जी ने कुछ दिनों के विच विच अकाल तख्त की रचना की। एक थड़ा बनाया गया श्री हरमंदर साहिब के सामने। हरमंदर साहिब दे विच केवल ते केवल परमेश्वर की सिफत की जाती है, उस्तत की जाती है। उधर धर्म है ते राजनीति दे लई सामने अकाल बुंगा साजिया गया। को सतनाम श्री थड़े का नाम रखा गया अकाल बुंगा। ते अकाल बुंगे ते रचना की गई ते आखिर वो दिन आया ते बाबा बुढ़ा जी की ड्यूटी सी अगले गुरु नूं तिलक देना, गुरता गद्दी की रस्म करनी। ते बाबा बुढ़ा जी ने पिछली रीत मुताबक मंजी साहब सेली टोपी आदि जो भी दिंदे सी वस्तुआं अगले गुरु नूं ये सामने रखियां। गुरु हरगोबिंद साहिब जी कहने बाबा जी हुण इन्हां चीज़ां दा समा नहीं, वो तलवारां लियाओ जिहड़ियां दो सोने दे मुठे वालियां बनाईयां, हुण राजनीति च पैर धरना पैना। को सतनाम श्री हुण इत्थे जिथे धर्म है इहदे नाल राज भी जोड़ना पैना। सारी तैयारी पहलां होई सी, वो तलवारां मंगाईयां गईयां, दो तलवारां बड़िया कीमती छेवें पातशाह वास्ते बनाईयां, होर बहुत शास्त्र लोहार ला के तैयार कराए गए दूजे सिखां वास्ते भी। तो दो तलवारां लिआंदियां गईयां। वो मंजी साहब वो पुरानियां पंजे पातशाह तक दित्तियां होईयां धार्मिक वस्तुआं नूं कहंदे तोशे खाने भाव खजाने च रख दिओ। दो तलवारी बधियां, एक मेरी दी, एक पीरी दी, एक अजमा दी, एक राज दी, एक राखी करे वजीरी दी। इस तरह सतगुरु पातशाह जी ने फिर दो तलवारां पहन के ते उत्थे ऐलान करता भी जिन्ना चिर मैं दुष्ट चंदू दे नत्थ नहीं मार लैंदा, उन्होंने सज़ा नहीं दे दिंदा, टेके नहीं बैठूंगा। को सतनाम श्री छोटी उम्र है पर एडा वड्डा ऐलान पहले दिन ही कर देना। तखत ते गद्दी ते बहिंदे आ ते मसंदा नूं ते आम जनता नूं बड़ा औखा लग्या भी है वो सरकार ते असीं तां सिख हाँ, जनता हाँ। सरकार दे नाल पातशाह ने मत्था ला लिया। बहुत सारिया ने माता गंगा नूं जाके कहा कि माता जी समझाओ पुत्र नूं,
गद्दी ते बहंदिया कैसा ऐलान किया। माता गंगा जी कहन लगे कोई नहीं, अपनी मौज दे मालक है, जो करन कहणगे सो करनगे। समा बतीत हुंदा गया। गुरु साहब ने फिर अपने सिखां नूं शास्त्रां दी सिक्ख्या देनी शुरू करती। अज दे दिन संसार देवी देवतियां दी पूजा करदा है, पर खालसा शास्त्रां दी पूजा करदा है। को सतनाम सी। दो ही चीज़ां दी पूजा करनी असीं, जां शास्त्र गुरबाणी दी ते जां तलवार दी शास्त्र दी। को सतनाम श्री। तां गुरु प्यारिओ, जदों मेरे प्रीतम दी चढ़दी कला देखी, फौज आ गई, घोड़े तैयार हो गए, बहुत सारे गुरु घर दे विच घोड़े आ गए। ये बाबा श्री चंद कह गए सीगे, गुरु घर दे विच घोड़े भी बहुत होणगे। को सतनाम श्री। घोड़े भी आ गए, माया भी आ गई। समय समय ते पिछले गुरु ने आने वाले समय का इंतजाम नाल ही कर दिता है। को सतनाम श्री। तो इस करके चंदू ने देखिया भी मैं ये पिता नूं शहीद किया तो जरूर मैनू मारूगा, ये ताइयों तो इंतजाम करी जाता है। तो चंदू ने जहांगीर नूं कहंदे भड़काउणा शुरू किया। तो जहांगीर सुन सुन के गल्लां भड़कदा रहा। अखीर इसने गुरु प्यारिओ जहांगीर नूं कहा, महाराज तुहाडे एंटी तख्त खड़ा करता। पहला तो गुरता गद्दी हुंदी सी, हुण जिथे हरगोबिंद साहब गुरु अर्जन देव दा पुत्र बहिंदा, पंजवें पातशाह तक तां कहना ठीक सी, निमरता चलदी सी, पर तू निमरता क्यों ना रखी। को सतनाम श्री। आ छेवां गुरु तां तुहाडे राज दे बराबर राज खड़ा करके बह गया। तुसीं मारा ख्याल करो। उन्हें तां शास्त्र विद्या सिखनी सिखाउणी शुरू कर दिती है। उन्हें तां घोड़े रख ले, फौजां रख लियां, शास्त्र इकट्ठे कर ले। गतकाबाजी नेजेबाजी हुंदी आ। हुण गुरु घर दे विच जे ऐदां ही वाधा फुलदा रहा ते तुहाडे तख्त नूं हिला देवेगा दिल्ली दे नूं। किसी तरह उन्हां नूं इत्थे बुलाया जावे, पुछगिछ कीती जावे। मकसद सीगा भी हरगोबिंद साहब नूं इत्थे बुला के असीं जिस तरह पहला पंजवें पातशाह नूं शहीद करता, उस तरह इन्हां नूं किसी तरह खत्म करिए, नहीं तो मैनू मारूगा। क्योंकि चोर नूं जिहड़ा है अपने पाप का डर हुंदा है। को सतनाम। ये चोर है, इन्हें पंजवें पातशाह नूं शहीद किया, इहनूं खतरा पैदा हो गया। तो इसने हरगोबिंद साहब नूं जहांगीर दे उत्थे राही उत्थे बुला लिया। जहांगीर कोल गए तो पातशाह ने उन्होंने अध्यात्मक विचारां सुना के अपनी बख्शिश कृपा दृष्टि दे नाल अपने वस विच कर लिया। भाव जहांगीर दा पिया कहंदे प्यार पै गया पातशाह नाल। हुण राजे भी शिकार खेडण दे शौकी हुंदी है, पातशाह भी शौकी है शिकार खेडण दे। राजे नाल शिकार खेडण जांदे आ। और एक दिन वड्डे भयानक शेर दा शिकार जदों कीता छेवें पातशाह ने, मैं क्योंकि समय के मुताबिक आपां बंदी छोड़ दिवस ते पहुंचना है, भयानक शेर का शिकार किया। तो राजा जहांगीर भी डर गया, तो उहदे चंदू वर्गे वजीर भी डर गए भी इन्ना तकड़ा ये। जदों भर जवानी च पातशाह आए सी, 7.5 मन का उन्होंने शरीर का वेट सी। को सतनाम सी। ते उन्हां दी पालना पोषणा जिहड़ी है ना, बड़े ही उत्तम ढंग नाल पातशाह पंजवें पातशाह ने की। फिर अगे बाबा बुढ़ा जी होरां ने इस विषय ते बड़ा ख्याल दिता। तां गुरु प्यारिओ, जदों शेर का शिकार किया, जिहड़े शेर तो लूनिया डरदी सी, राजा हाथी ते बैठा सी, उहदे वजीर मंत्री सिपाही घोड़ियां ते खड़े सी, ते पातशाह घोड़े तो उतर के शेर दे सामने गए, ललकारा मारिया, शेर नीवी पा गया, अखां नाल अखां नहीं मिला सकिया पातशाह दे। पातशाह कहते शेर बन शेर। जो शेर ने ना मूँह चक्या, पातशाह ने ढाल उहदे मूँह ते मारी। शेर नूं गुस्सा चढ़िया, पिछे हट के शेर ने पातशाह ते छाल मारी, ढाल दे उत्ते अगले पंजे रोक के थल्लों तलवार चलाई, बड़ी तेजी नाल चीर के दो करता। पता लग गया भी ये तो बड़ा तकड़ा, इहनूं तां मारना बहुत औखा है। कहो सतनाम श्री। हरगोबिंद साहब दे बारे जजमेंट की उन्होंने। अखीर गुरु प्यारो चंदू अंदर ही अंदर ब्यौंता बनाउंदा रहिंदा भी हरगोबिंद साहब नूं किवें मारिया जावे, किसी तरह जेल च पाया जावे, पहला इसनूं फिर अंदर ही अंदर मारिया जावे। ते इसने जहांगीर नूं
ਗੁਰੂ ਪਿਆਰਿਓ, ਸਾੜ ਸਤੀ ਦਾ ਭਰਮ ਪਵਾ ਦਿੱਤਾ ਇੱਕ ਬਾਹਮਣ ਦੇ ਕੋਲੋਂ, ਇੱਕ ਨਜੂਮੀਏ ਕੋਲੋਂ। ਇਹ ਪਾਮਣਾ ਨੇ, ਨਜੂਮੀਆਂ ਨੇ ਭਰਮ ਪਾਏ ਹੋਏ ਆ। ਅਸਲ ਵਿੱਚ ਸੱਚ ਤੇ ਹੀ ਦੁਨੀਆ ਖੜੀ ਹੈ, ਬਾਕੀ ਸਭ ਝੂਠ ਹੈ। ਭਰਮ ਪਵਾ ਦਿੱਤਾ ਬਈ ਤੁਹਾਨੂੰ ਆ ਗਈ ਸਾੜ ਸਤੀ। ਉਹ ਕਹਿੰਦਾ ਵੀ ਸਾੜ ਸਤੀ ਕੀ ਹੁੰਦੀ ਆ? ਜਹਾਂਗੀਰ ਕਹਿੰਦਾ ਜੀ 7.5 ਸਾਲ ਬੜਾ ਭਿਆਨਕ ਸਮਾਂ ਤੁਹਾਡੇ ਤੇ ਚੱਲੇਗਾ। ਹੁਣ ਇਹ ਰੱਖੇ ਹੁੰਦੇ ਆ ਬਾਹਮਣ ਨਜੂਮੀ, ਇਹਨਾਂ ਲੋਕਾਂ ਨੇ ਆਪਣੇ ਬਾਰੇ ਪੁੱਛ ਗਿੱਛ ਕਰਨ ਵਾਸਤੇ। ਕਹਿੰਦੇ ਵੀ ਇਹਦਾ ਕੋਈ ਇੰਤਜ਼ਾਮ ਕਰੋ। ਕਹਿੰਦੇ ਜੀ ਇੰਤਜ਼ਾਮ ਤਾਂ ਇਹੀ ਹੈ, ਕੋਈ ਛਤਰੀ ਹੋਵੇ, ਗੁਰੂ ਹੋਵੇ, ਸੰਸਾਰ ਦਾ ਪੂਜਿਆ ਹੋਵੇ, ਉਹ ਤੁਹਾਡੇ ਵਾਸਤੇ ਇਕਾਂਤ ਵਿੱਚ ਬੈਠ ਕੇ ਮਾਲਾ ਫੇਰ ਦੇਵੇ 40 ਦਿਨ। ਉਹ ਕਹਿੰਦਾ ਵੀ ਇਹੋ ਜਿਹਾ ਕੌਣ ਹੋ ਸਕਦਾ ਹੈ? ਤੇ ਚੰਦੂ ਸਾਰਾ ਬਿਉਂਤ ਬਣਾ ਕੇ ਲਿਆਇਆ ਸੀਗਾ। ਕਹਿੰਦਾ ਜੀ ਤੁਹਾਡੇ ਤਾਂ ਦੋਸਤ ਬਣੇ ਹੋਏ ਆ ਹਰਗੋਬਿੰਦ ਸਾਹਿਬ, ਨਾਲੇ ਗੁਰੂ ਹੈ ਨਾਲੇ ਛਤਰੀ ਹੈ, ਉਹਨਾਂ ਨੂੰ ਕਹੋ। ਕਹਿੰਦੇ ਗੱਲ ਸਹੀ ਆ। ਜਹਾਂਗੀਰ ਕੋਲੋਂ ਉਹਨਾਂ ਨੂੰ ਇਹ ਗੱਲ ਅਖਵਾ ਦਿੱਤੀ ਬਈ ਸਾਡੇ ਤੇ ਸਾੜ ਸਤੀ ਆਈ ਹੈ, ਸਾਡੇ ਵਾਸਤੇ ਮਾਲਾ ਫੇਰ ਦਿਓ 40 ਦਿਨ, ਤਸਵੀਰ ਫੇਰ ਦਿਓ। ਕਹਿੰਦੇ ਕੋਈ ਗੱਲ ਨਹੀਂ, ਫੇਰ ਦਿਆਂਗੇ, ਪਰ ਸਾੜ ਸਤੀ ਜੀ ਤੇ ਆਈ ਹੈ ਉਹ ਤੋਂ ਨਹੀਂ ਟਲਣ ਲੱਗੀ। ਕਹੋ ਸਤਨਾਮ। ਆਈ ਤਾਂ ਚੰਦੂ ਤੇ ਅਸਲ ਵਿੱਚ ਹੁਣ ਚੰਦੂ ਦਾ ਪੁੱਠਾ ਸਮਾਂ ਸ਼ੁਰੂ ਹੋ ਗਿਆ, ਉਲਟ ਸਮਾਂ। ਜਹਾਂਗੀਰ ਤੇ ਨਹੀਂ, ਚੰਦੂ ਆਪਣੇ ਆਪ ਨੂੰ ਬਚਾਉਣ ਵਾਸਤੇ ਹਰਗੋਬਿੰਦ ਸਾਹਿਬ ਦੇ ਨਾਲ ਗੱਲ ਹੋਈ ਵੀ ਕਿੱਥੇ ਬੈਠ ਕੇ ਫੇਰਨੀ ਹੈ। ਚੰਦੂ ਕਹਿੰਦਾ ਜੀ ਗਵਾਲੀਅਰ ਦਾ ਕਿਲ੍ਹਾ ਵਧੀਆ, ਜਿਹਦੇ ਵਿੱਚ ਕਿ ਪਹਿਲਾਂ ਵੀ 52 ਰਾਜੇ ਕੈਦ ਕੀਤੇ ਹੋਏ ਸੀ। ਮਕਸਦ ਸੀ ਹਰਗੋਬਿੰਦ ਸਾਹਿਬ ਨੂੰ ਉੱਥੇ ਕੈਦ ਹੀ ਕਰ ਦਿਆਂਗੇ, ਬਸ ਮੁੜ ਕੇ ਮੇਰਾ ਖਤਰਾ ਖਤਮ ਹੋ ਜਾਊਗਾ। ਪਰ ਪਾਤਸ਼ਾਹ ਨੂੰ ਕੌਣ ਬਣਨ ਵਾਲਾ ਹੈ? ਐਸਾ ਗੁਰਬੜ ਭਾਗੀ ਪਾਇਆ, ਭੁੱਲੇ ਮਾਰਗ ਜਿਹਨੇ ਬਤਾਇਆ। ਇਹ ਉਹ ਗੁਰੂ ਹੈ ਜਿਹੜੇ ਹੱਥ ਬੰਨਿਆ ਨਹੀਂ ਮੰਨੇ, ਉਹਨਾਂ ਨੂੰ ਡੰਡੇ ਨਾਲ ਮਨਾਉਣ ਵਾਸਤੇ ਆ ਗਏ ਆ। ਕਹੋ ਸਤਨਾਮ ਸ੍ਰੀ। ਬਾਬਾ ਬੁੱਢਾ ਜੀ ਨੇ ਬਚਨ ਕੀਤਾ ਸੀਗਾ ਵਰ ਦੇਣ ਵੇਲੇ, ਕਹਿੰਦੇ ਐਸਾ ਪੁੱਤਰ ਆਵੇਗਾ ਜਿਹੜਾ ਮੁਗਲਾਂ ਦੇ ਸਿਰ ਏਦਾਂ ਤਲੀ ਨਾਲ ਫੇਹ ਦੇਗਾ ਜਿਵੇਂ ਮੈਂ ਗੰਢਾ ਫੇਹ ਦਿੱਤਾ। ਕਹੋ ਸਤਨਾਮ ਸ੍ਰੀ। ਤੇ ਗੁਰੂ ਪਿਆਰਿਓ, ਜਹਾਂਗੀਰ ਨੇ 40 ਦਿਨਾਂ ਵਾਸਤੇ ਪਾਤਸ਼ਾਹ ਨੂੰ ਭੇਜਤਾ। ਉਹ ਜਿਹੜੇ ਵਿੱਚ ਕੈਦੀ ਰਾਜੇ ਸੀ ਜਿਨ੍ਹਾਂ ਨੂੰ ਸੰਗਲ ਪਾਏ ਸੀ ਤੇ ਇਹੋ ਜਿਹੇ ਗੋਲ ਪਿੱਲਰ ਹੈ ਗਵਾਲੀਅਰ ਦੇ ਕਿਲੇ 'ਚ, ਉਹਨਾਂ ਦੇ ਨਾਲ ਬੰਨੇ ਹੋਏ ਸੀ। ਪਰ ਸਤਿਗੁਰਾਂ ਨੇ ਤਾਂ ਜਿੱਥੇ ਜਾਏ ਵਾਹੇ ਮੇਰਾ ਸਤਿਗੁਰ ਸੋ ਥਾਨ ਸੁਹਾਵਾ ਰਾਮ ਰਾਜੇ, ਸਤਸੰਗ ਸ਼ੁਰੂ ਕਰ ਦਿੱਤੀ। 52 ਕੈਦੀ ਰਾਜਿਆਂ ਨੂੰ ਆਨੰਦ ਆਉਣ ਲੱਗਿਆ। ਜਿਹੜਾ ਰਾਸ਼ਨ ਜਹਾਂਗੀਰ ਦੇ ਖਜ਼ਾਨੇ 'ਚੋਂ ਜਾਂਦਾ ਸਿੱਖਾਂ ਵਾਸਤੇ, ਗੁਰੂ ਵਾਸਤੇ, ਉਹ ਰਾਸ਼ਨ ਦਾ ਕੜਾਹ ਪ੍ਰਸ਼ਾਦ ਬਣਾ ਕੇ ਰਾਜਿਆਂ ਨੂੰ ਛਕਾਉਣਾ ਸ਼ੁਰੂ ਕਰਤਾ। ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਆਪਾਂ ਇਹਨਾਂ ਦੇ ਲੰਗਰ ਦਾ ਕੁਛ ਨਹੀਂ ਖਾਣਾ। ਕਹੋ ਸਤਨਾਮ ਸ੍ਰੀ। ਫਿਰ ਤੁਸੀਂ ਕੀ ਖਾਓਗੇ? 5 ਸਿੱਖ ਸੀਗੇ, 2 ਸਿੱਖਾਂ ਨੂੰ ਥੱਲੇ ਠਠੇਰਿਆਂ ਦੇ ਰੁਜ਼ਗਾਰ ਕਰਨ ਵਾਸਤੇ ਭੇਜਿਆ। ਉਹ ਠਠੇਰਿਆਂ ਨਾਲ ਭਾਂਡੇ ਬਣਵਾਉਂਦੇ, ਭਾਂਡੇ ਹੱਥ ਨੇ ਨੌਕਰੀ ਮਿਲਦੀ ਉਹਨਾਂ ਸਿੱਖਾਂ ਨੂੰ ਦੋਵਾਂ ਨੂੰ। ਉਹ ਜਿਹੜੀ ਉਹਨਾਂ ਨੂੰ ਕਿਰਤ ਮਿਲਦੀ ਹੱਥ ਨੇ, ਉਹਦਾ ਰਾਸ਼ਨ ਲਿਆ ਕੇ ਲੰਗਰ ਬਣਾਉਂਦੇ, ਪਹਿਲਾਂ ਗੁਰੂ ਸਾਹਿਬ ਨੂੰ ਛਕਾਉਂਦੇ ਤੇ ਬਚਿਆ 5 ਸਿੱਖ ਛਕ ਲੈਂਦੇ। ਕਹੋ ਸਤਨਾਮ ਸ੍ਰੀ। ਇਉਂ 40 ਦਿਨ ਬਤੀਤ ਹੋ ਗਏ। ਵਿਚਾਲੇ ਜੇ ਚੰਦੂ ਨੇ ਇੱਕ ਚੋਲਾ ਤਿਆਰ ਕਰਵਾਇਆ ਜਿਹਦੇ ਵਿੱਚ ਜ਼ਹਿਰ ਲਵਾਤਾ, ਤੇ ਜਿਹੜਾ ਉਸ ਕਿਲੇਦਾਰ ਸੀਗਾ, ਜੇਲਰ ਕਹਿ ਦਿਓ ਹਰਦਾਸ, ਔਰ ਉਹਦੇ ਕੋਲੇ ਉਹ ਚੋਲਾ ਭੇਜਤਾ ਤੇ ਉਹਨੂੰ ਪਹਿਲਾਂ ਕਹਿ ਦਿੱਤਾ ਵੀ ਇਹ ਚੋਲਾ ਹਰਗੋਬਿੰਦ ਸਾਹਿਬ ਨੂੰ ਲਾਜ਼ਮੀ ਪਵਾਉਣਾ ਹੈ। ਤੇ ਲਿਜਾਣ ਵਾਲੇ ਨੇ ਇਹ ਵੀ ਦੱਸ ਦਿੱਤਾ ਵੀ ਇਹਦੇ ਵਿੱਚ ਜ਼ਹਿਰ ਲੱਗਿਆ ਹੋਇਆ ਹੈ, ਕਿਉਂਕਿ ਉਹ ਵੀ ਪੈਸੇ ਦੇ ਕੇ ਰਿਸ਼ਵਤ ਨਾਲ ਹੀ ਮਿਲਾਏ ਹੋਏ ਸੀ ਸਾਰੇ ਲੋਕ। ਤੇ ਗੁਰੂ ਪਿਆਰਿਓ, ਕਿਲੇਦਾਰ ਕਹਿਣ ਲੱਗਿਆ ਜਾ ਕੇ ਪਾਤਸ਼ਾਹ ਚੰਦੂ ਨੇ ਇੱਕ ਚੋਲਾ ਭੇਜਿਆ, ਵਿੱਚ ਜ਼ਹਿਰ ਲੱਗਿਆ, ਤੁਸੀਂ ਪਾਉਣਾ ਨਹੀਂ। ਉਹ ਕੋ ਸਤਨਾਮ ਸ੍ਰੀ। ਕੋਈ ਗੱਲ ਨਹੀਂ ਸਿੱਖਾ, ਧੰਨਵਾਦ ਤੇਰਾ। ਉਹ ਵੀ ਸਿੱਖ ਬਣ ਚੁੱਕੇ ਆ, ਪਾਤਸ਼ਾਹ ਅੰਦਰਲੇ ਰਾਜੇ ਵੀ ਸਿੱਖ ਬਣ ਚੁੱਕੇ ਆ। ਅੰਦਰ ਤਾਂ ਸਤਸੰਗ ਘਰ ਬਣ ਗਿਆ ਜਿੱਥੇ ਮੇਰਾ ਪ੍ਰੀਤਮ ਜਾ ਕੇ ਬਹਿ ਗਿਆ। ਜੰਗਲ 'ਚ ਮੰਗਲ ਲਾ ਦਿੱਤੇ। 40 ਦਿਨ ਬਤੀਤ ਹੋ ਗਏ। ਇਹਨਾਂ ਨੇ ਸਤਿਗੁਰਾਂ ਨੂੰ ਬਾਹਰ ਨਾ ਸੱਦਿਆ। ਨਾ ਜਹਾਂਗੀਰ ਨੇ ਯਾਦ ਕੀਤਾ, ਨਾ ਚੰਦੂ ਨੇ ਯਾਦ ਕਰਾਇਆ। ਅਖੀਰ ਨਾਲ ਗਏ ਸਿੱਖਾਂ ਨੇ ਵਿਉਂਤਬੰਦੀ ਕਰਨੀ ਸ਼ੁਰੂ ਕੀਤੀ। ਸੋਚਣ ਲੱਗੇ ਜੇ ਕਰਾਮਾਤ ਵਰਤੀ ਤਾਂ ਗੁਰੂ ਸਾਹਿਬ ਗੁੱਸੇ ਨਾ ਹੋ ਜਾਣ। ਇੱਧਰੋਂ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ ਭੇਜਿਆ। ਫਿਰ ਕਹਿੰਦੇ ਪਾਤਸ਼ਾਹ ਤੁਸੀਂ ਜਾਓ ਬਾਬਾ ਜੀ, ਕਿਤੇ ਐਸਾ ਨਾ ਹੋਵੇ ਜਿਵੇਂ ਮੇਰੇ ਪਤੀ ਨੂੰ ਇਹਨਾਂ ਨੇ ਮਰਵਾ ਦਿੱਤਾ, ਸ਼ਹੀਦ ਕਰ ਦਿੱਤਾ ਜੇਲ੍ਹ ਵਿੱਚ ਪਾ ਕੇ, ਕਿਤੇ ਉਸੇ ਤਰ੍ਹਾਂ ਹਰਗੋਬਿੰਦ ਸਾਹਿਬ ਨਾਲ ਨਾ ਕਰਨ। ਤੁਸੀਂ ਜਿਵੇਂ ਵੀ ਨਿਕਲ ਸਕਦਾ ਕੱਢ ਕੇ ਲਿਆਓ ਉਹਨਾਂ ਨੂੰ ਉੱਥੋਂ। ਰੋਜ਼ ਖਬਰ ਆਉਂਦੀ ਜਾਂਦੀ ਸੀ ਅੰਮ੍ਰਿਤਸਰ, ਗਵਾਲੀਅਰ ਤੋਂ।
बाबा बुढ़ा जी पहुंचे, उन्होंने सिखां नूं मिले, विਉਂਤਬੰਦੀ बनाई। सिखां ने कहा महाराज जे करामात वरतीए तो कढ़ सकते हैं किसी जुगती दे नाल, पातशाह ने अंदरों करामात नहीं वरतनी, आपां वरतां गुरु गुस्से हो जाणगे। बाबा बुढ़े कहने जिवें वरतनी है वरतो, मैं जिम्मेवार हाँ, जे पुछणगे मैनू तो मैं कह दूंगा माता गंगा जी ने कहा, आपे चुप कर जाणगे। कहो सतनाम श्री, मैनू हुक्म ला के भेजिया माता गंगा जी ने, जे मर्जी कढ़ के लियाओ, जे सोनू पुछणगे मेरे नाल लै दिओ, फिर अगे गल मैं कर लूँगा। तो उन्हां सिंघां ने फिर शेर दा रूप धारण किया। ये पावर हैगी आ बाणी ताकत विच, रिद्धियां सिद्धियां बहुत कुछ है, कुछ भी हो सकता है। जे जोगी उड़ सकते हैं, सप शेर बन सकते हैं, तो गुरु घर दे विच भी पावर हैगी आ, पर इस नूं वरतिया नहीं जाता किसी का नुकसान करन लई। दो सिखां ने शेरां दा रूप धारिया। जहांगीर नूं अद्धी रात नूं जा डराया, डरिया, तड़के बड़े वैद नजूमीए वामन सदे, सब ने कोई पता नहीं लग्या भी की कारण है। दूजे दिन फिर सिंघां ने जाना किया, उन्होंने दो सिखां ने, भाई जेठा लंगाहा आदि इन्हां सिखां ने, इन्हां चों पंजां चों दो सिखां ने, तो इन्होंने फिर डरावना किया, कोई दस ना सकिया की कारण है। तीजे दिन फिर इन्हां चों एक सिंह वैद बन के गया। वो वैद नूं फिर वो वैद ने कहा वजीरां नूं भी मेरा भी एक बड़ा जिहड़ा उस्ताद है ना, बड़ा तकड़ा है, मैं भी दस सकदा राजे नूं की नुक्स है। फिर वो वैद नाल मिलाया गया। जदों सी गुरु का सिक्खी, वो टैची जा लैके तुर गया वैद दा भेस धार के। कहंदे भी दस की कारण है? कहंदे कारण की है, तू किसी महापुरुष नूं दुख दिता? कहंदा वेख नबज, कहंदा नबज दी लोड़ नहीं, तेरा मूँह देख के दस देना तू की कीता है। कहो सतनाम सी, किसी महापुरुष नूं दुख दिता? कहंदे ना। कहंदे याद कर ला? कहंदे नहीं। कोई सिखां दे गुरु नूं? कहंदे ना। कहंदे वो ग्वालियर च बैठे आ। कहंदे तू दिन किन्ने दिते सीगे? 40 दिन। दिन किन्ने हो गए? अज 43 हो गए। ते बाहर संगतां उड़ीक रही हैं, उन्हां संगतां दीआं अरदासां तैनूं शेर बन बन डराउंदियां। कहो सतनाम। जे तू ना जल्दी कढिया उन्हां नूं किले चों बाहर, ते अज शेर आ गए ते तेरी मौत ही करके जाणगे। ਉਹ ਵਜ਼ੀਰ ਖਾਨ ਨਾਲ ਸਲਾਹ ਕਰਦਾ, ਕਹਿੰਦਾ ਯਾਰ ਵੈਦ ਤਾਂ ਆਹ ਗੱਲ ਕਹਿੰਦਾ। ਵਜ਼ੀਰ ਖਾਨ ਕਹਿੰਦਾ ਗੱਲ ਸਹੀ ਹੈ, ਇਸ ਵੈਦ ਦੀ ਮੈਨੂੰ ਲੱਗਦਾ। ਰਾਜਾ ਸਾਹਿਬ ਸੰਗਤਾਂ ਦਰਸ਼ਨਾਂ ਤੋਂ ਵਾਂਝੀਆਂ, ਬਾਹਰ ਦਰਸ਼ਨਾਂ ਲਈ ਪਿਆਸੀਆਂ ਤਰਸ ਰਹੀਆਂ, ਤੇ ਤੁਸੀਂ ਭੁੱਲੇ ਬੈਠੇ ਹੋ। ਕਹਿੰਦੇ ਫਿਰ ਜੇ ਆਪਾਂ ਉਹਨਾਂ ਨੂੰ ਬਾਹਰ ਕੱਢ ਲਈਏ? ਕਹਿੰਦੇ ਜਾ ਤੂੰ ਜਾ। ਵਜ਼ੀਰ ਖਾਨ ਇਹ ਸਿਆਣਾ ਬੰਦਾ ਸੀਗਾ, ਇਹ ਗੁਰੂ ਘਰ ਨਾਲ ਵੀ ਪਿਆਰ ਰੱਖਦਾ ਸੀ। ਵਜ਼ੀਰ ਖਾਨ ਵਜ਼ੀਰ ਕਹਿੰਦਾ ਜੀ ਮੈਂ ਚਲਿਆ ਜਾਨਾ। ਜਾ ਲਿਆ ਪਿਆਰ ਨਾਲ, ਲੈਣ ਗਿਆ। ਜਦੋਂ ਮੇਰੇ ਪ੍ਰੀਤਮ ਜੀ ਨੂੰ ਜਾ ਕੇ ਬੇਨਤੀ ਕੀਤੀ ਉਹਨਾਂ ਨੇ, ਤਾਂ ਉਹਨਾਂ ਨੇ ਗੁਰੂ ਪਿਆਰਿਓ ਉਸ ਵੇਲੇ ਤੁਰਨ ਲੱਗੇ। ਤੇ ਜਿਹੜੇ 52 ਕੈਦੀ ਰਾਜੇ ਸੀ ਉਹਨਾਂ ਨੇ ਰੌਲਾ ਪਾਤਾ, ਮਹਾਰਾਜ ਜਾਂ ਤਾਂ ਸਾਨੂੰ ਮਾਰ ਜਾਓ ਜਾਂ ਸਾਨੂੰ ਨਾਲ ਲੈ ਚੱਲੋ, ਤੁਹਾਡੇ ਕਰਕੇ ਸਾਡੀ ਜ਼ਿੰਦਗੀ ਬਦਲ ਗਈ ਸੀ, ਪਰ ਤੁਹਾਡੇ ਜਾਣ ਤੋਂ ਬਾਅਦ ਸਾਡਾ ਕੀ ਹਾਲ ਹੋਊਗਾ। ਪ੍ਰੀਤਮ ਜੀ ਦਾ ਬਚਨ ਯਾਦ ਕਰ ਰਹੇ ਆਪਾਂ ਨਾਲ ਨਾਲ। ਭੁੱਲੇ ਮਾਰਗ ਜਿਨੇ ਬਤਾਇਆ, ਐਸਾ ਗੁਰਪੜ ਭਾਗੀ ਆਇਆ, ऐसा गुरपड़ भागी पाया। गुरु हरगोबिंद साहब ਜਿਹੜੇ प्यार नाल नहीं समझे, उन्होंने डंडे नाल समझाउण वास्ते आए आ। हुण कहो सतनाम श्री। दो तरवारी बधियां, एक मेरी दी एक पीरे दी। सिमर मना राम नाम चितारे आ, ऐसे गुर दे लड़ ला के राम दा नाम जपीए, वस रहे हिरदै गुरचरण प्यारे रहाओ। जिन्हां ने साडे औगणां नूं ग्रहण कर लिया, फड़ लिया, खो लिया। किहड़े? काम क्रोध लोभ मोहे मन लीना, ते बंधन काट मुक्त गुर कीना। गल इत्थे आ गई। हुण तां हरगोबिंद साहब जी नूं बेनती कीती जाके, वजीर खान ने मारा तुहानूं राजा याद करदा, चलीए। तुरन लगे ते राजियां ने रौला पाता, जिहड़े कैदी सीगे, महाराज सानूं लैके चलो, नहीं तां असीं इत्थे मर जांगे। पहलां कई मर गए साडे चों, सानूं उमर कैद है इत्थे, असीं बंधन विच हां। पातशाह वापस फिर आसन ते बह गए। वधिया आसन अंदर लग्या सी पातशाह जी दे आराम दा, क्योंकि जहांगीर ने सहूलत भी सारी अंदर बनाती सी। पर चंदू का दिमाग पुट्ठा सीगा, वो चाहुंदा सी ये अंदर ही रहन, बाहर ही ना आउण मुड़ के। राजे रोन लगे, पातशाह जी उत्थे बैठ गए। वजीर खान नूं कहंदे, वजीर खान जाके राजे नूं कहदे असीं नहीं आउंदे। वजीर खान वापस गया, कहंदा जी वो नहीं आउंदे। क्यों? वो कहंदे भी जां तां साडे नाल राजिਆਂ ਨੂੰ ਛੱਡੋ, ते जां फिर असीं भी इत्थे ही रहांगे।
हुण जहांगीर फस गया कड़की च। हुण जे राजिਆਂ ਨੂੰ ਛੱਡਦਾ है तो ਇਹਨੂੰ खतरा है भी ये राजे इन्हां ਦੀਆਂ ਜ਼ਮੀਨਾਂ खो के कैद कीते है। ये पहाड़ी राजिਆਂ ਦੇ ਬਜ਼ੁਰਗ ਸੀ जिन्हां पहाड़ियां ने 10वें पातशाह नाल लड़ाई की ते गां उन्हां दे पुत्र पोतरे अज भी जिहड़े है ना इस पंजाब नाल वितकरा कर रहे हैं। को सतनाम श्री खैर मनो बिरतियां उत्थे रखिए। जिन्ना चिर तुसीं उन्हां राजिਆਂ ਨੂੰ नहीं छड्डदे उन्ना चिर गुरु साहब बाहर नहीं आउंदे। वजीर खां जे वो राजे छड्ड दिते वो आके लड़ाइयां करनगे दोबारा अपनियां जमीनां खो लैणगे साडे नाल लड़ के। वजीर खां कहंदा राजा साहब पहला आपदी जान बचाई दी आ। राज भाग बारे मगरों सोचीदा है जे सोनू अज रात नूं शेरां ने मारता फिर की राज करोगे की जमीनां करोगे। कहंदे गल तां तेरी सही है फिर पहले आपदी जान बचाओ अगली गल फिर देखो। कहंदे फिर आए कर उन्हां नूं कह दिओ जिन्ने क राजे उन्हां दा पल्ला फड़ के बाहर आ जाणगे उन्हां नूं लै आओ। को सतनाम श्री। उधर छेवें पातशाह भी सर्व कला समर्थ जानी जान है और पातशाह जी दे एक ऐसा चोला तैयार कराया जिन्हों 52 कलियां वाला चोला कहते हैं। 50 पल्ले सी साइडां ते 2 कलियां ये पेटी वाले चोले दे विच हुंदियां तनियां 2 जो अंदरों बन्नियां जांदियां ने फिर चुप्पो बीड़े लाए जाते हैं। ऐसा चोला तैयार करवाया और चोला तैयार करवाउण तो बाद मेरे प्रीतम जी ने जो जेलर सीगा जो किलेदार सी हरदास उसनूं कहा इन्हां नूं खोल पिलरां नालों। हुक्म आ गया राजे का भी जिन्ने साडा पल्ला फड़ के बाहर जा सकते उन्हें निकले आउण। ओहदा छोटी मत सी गुरु की वड्डी मत है। उन्हें सोचिया 5 10 20 30 निकले आउणगे बाकी तां विच रहणगे किन्ने क लोग ओहदा पल्ला फड़ लैणगे। पर वह तो सारे संसार नूं पल्ला फड़ा सकता है पर असीं फड़न नूं तैयार होईए तां। कहो सतनाम श्री। ते पातशाह जी का चोला 52 कलियां वाला फिर पहन लिया पातशाह ने शरीर ते और उन्हां किले दे विचों पैरी बेड़ियां हथी हथ कड़ियां पा के और संगलां दे नाल बन्ने होए ओह जिन्हां दे गिट्टे सुज चुके सी। को सतनाम श्री। हरदास ने जेलर ने हुक्म सुन के उन्होंने खोल दिता पिलरां नालों। एडे मोटे मोटे थंम है कई संगतां गईयां होणगीआं दर्शन करन। ग्वालियर दा किला जिहड़ा वो एक तरह की जेल बनाई सी उन्होंने। को सतनाम श्री। बाहर लिआंदे पातशाह जी ने अपने पल्ले फड़ाते कहंदे लो फड़ो वे पल्ला राजे की भी इच्छा पूरी कर दिओ। 50 जणियां ने पल्ला फड़ लिया चोले का। ये कलियां लगियां हुंदियां चोले नूं। ये कलियां 50 सन। ये 50 कलियां 2 लैना बना के सिखा ने फड़ लिया राजिया ने फड़ लिया। 2 राजे रह गए। वो कहने जी सानू भी लैके चलो। पातशाह कहने कलियां मुक गई। वो रोन लगे पैरी पैंदे लिटदे नहीं महाराज असी तो मर जाएंगे। पातशाह ने गोदाम खोले चोले दे अंदरलियां दोने तलियां कढ़ के उन्होंने फड़ातियां। को सतनाम श्री। और फिर बाहर लिआंदे। बाहर लिया के उन्होंने बाहर आके फिर लोहार सदे उन्होंने दे कोलों बेड़ियां तलवाइयां जिन्हां दे लौकां दीयां चाबियां जल चुकियां सी गवा चुकियां सी जिन्हां नूं जर लग गई सी जिहड़े खुलदे नहीं सी हुण। को सतनाम श्री। जिन्हां नूं मौत तो बाद ही साड़ना सी अग्गां दे विच उन्हां नूं बंधन काट मुक्त गुर कीना। को सतनाम श्री। जेड़ा गुरु इत्थे बंधन कट सकदा वो दरगाह विच भी कट सकदा। क्यों ना ऐसे गुरु दी आपां भी लड़ लगी है पल्ला फड़ीए इन्हां दा गुरु वाले बणीए। लोहारा ने हथ कड़ियां बेड़ियां सब ला दित्तियां उन्होंने आजाद कर दिता मुक्त कर दिता। फिर पातशाह जी ने हरदास जेलर की ड्यूटी लाई। इन्हां राजा तुरिया नहीं जाता। इन्हों किसी तरह घोड़ियां ते बिठा के लैके चलो दिल्ली वाल और असी भी आने हैं। को सतनाम श्री। तो पातशाह जी अपने साथियों नाल अपने सिखां नाल मजनू टिले ते आए। मजनू टिले ते बाबा बुढ़ा जी ते होर सिख बैठे सन उन्होंने नाल लिया। इधरों 52 राजे तोड़ दिते दिल्ली नूं हरदास जेलर दे नाल किलेदार दे नाल। ते फिर गुरु प्यारिओ दिल्ली पहुँच गए। जहांगीर दी सभा च पहुँच गए।
मेरे प्रीतम जी भी आके एक उच्चे आसन ते बैठे, उन्होंने वास्ते आसन लाया गया, सामने सारे राजे बैठे आ ते सतगुर ने उन्होंने ज्ञान दिता। जहांगीर कहन लग्या वेखो मैं तुहाडे कहण ते छड़ दिते आ, पर कल नूं जे मेरे नाल लड़ाई करन, मेरे राज विच फतूर पाउण, फिर कहना बिल्कुल नहीं पाउणगे, क्योंकि मेरे प्रीतम की जुगती है ना। ये सतगुर ने उन्होंने अपने चरणों का आसरा दिता है। उन्होंने भुले राजियां नूं भी समझाया भी तुसी कोई लड़ाई नहीं करनी, ते जहांगीर नूं कहा भी इन्हां दे राज मोड़ दे। इन्हां नूं एक एक घोड़ा, तलवार, पूरी राज भाग का समान दे के और इन्हां नूं नाल दो दो तीन तीन वजीर दे के इन्हां दे राजां विच भेज दे। ये तेरे अंडर रहणगे, मेरे भी अंडर है, मेरी मर्जी तो बगैर कुछ नहीं करनगे। को सतनाम श्री। तो फिर जहांगीर ने उन्हां राजियां दे राज वापस किए, जिवें 22 धार दे राजे आ, होर जिथों जिथों दे राजे सन, उन्हां नूं उन्हें राज वापस करते, नाल वजीर दे के उन्हां नूं सत्कार सहित सरोपे दे के भेज दिता। फिर छेवें पातशाह बैठे आ, बैठे बैठे मेरे प्रीतम दे हथ विच एक सिमरना पाया होया, बड़े चमकीले दाने आ उसदे, उहनूं गोडे ते रख के इदां घुमाउणा शुरू करता। जदों सिमरना घुमिया ते जहांगीर दी अखां विच चमक वजी, कहन लग्या महाराज सिमरना बड़ा सुंदर आ, किरपा करके मैनू एक मनका दे दिओ, तुहाडी यादगार मैं अपनी माला च पा लूँगा, मेरू बना के। मेरू हुंदा मेन मनका उत्ते माला दे। बादशाह कहते राजा साहब इहो जे मनके तो तेरे घर च 108 पे न, मेरे घर च? कहते हाँ, आ तेरा जिहड़ा वजीर है ना चंदू, इहदे घरे है, इहदे घरे किवें पहुंच गए? कहते इहदे घरे मेरे पिता गुरु अर्जन देव जी गए सी जदों तैनूं लाहौर मिले सी। कहते हाँ, फिर ये लै गया सी, कहना मैं सेवा करूँगा, और इन्हें घरे ले जाके मेरे पिता नूं उत्थे शहीद कर दिता है, और उन्हां दे शरीर ते पहनिया होया सारा समान इहदे घरे आ, माला भी इहदे घरे आ, मंगा लो, तो लै लो तुसी। क्यों भी चंदू, मैनू पता नहीं लग्या, पर मेरा ख्याल है भी यह गल हो नहीं सकती भी जहांगीर नूं पता ना होवे गुरु साहब की शहीदी का। को सतनाम श्री, इन्ना भी उल्ला नहीं रह सकता। फिर राजा जिहड़ा है वो जुम्मेवार है, जिहदे राज दे विच कतलेआम हो रहे हैं, अज जनता दुखी हो रही है, जिन्हां राजियां अज दे मंत्रियां संतरियां राज च, कल नूं सजा इन्हां नूं भी नाल ही मिलनी है। को सतनाम श्री। पातशाह कहते राजा साहब तेरे राज दे विच होया है काम। चंदू नूं कहंदे लिया माला। चंदू ने बड़ी कोशिश की माला लभण दी, माला ना लभी। फिर उन्हें कोशिश की भी किसी जौहरी तो खरीद के लै दिया एक मनका, पर असल विच तां गल दा भेद खोलना सीगा भी ए चंदू दुष्ट ने मेरे पिता नूं शहीद कीता है। को सतनाम, वो भेद खुल गया। भेद खुलण तो बाद पातशाह कहते राजा साहब तेरी राज दे विच एडा वड्डा काम हो गया, एक महापुरुष नूं बिना किसी कारण ए शहीदियां दे के, ए दुख दे के शहीद किया गया, तैनूं पता नहीं गा? कहना जी मैनूं पता नहीं। कहते पता तो किवें ना होवे राजा साहब, पर चलो कोई गल नहीं, गाहां हिसाब करांगे, दरगाह दे विच नरकां सिटांगे। राजा कंब गया, कहंदा नहीं महाराज, कहते तैनूं जदों नरकां दी अग विच सिटिया गया ना, फिर याद आऊगा भी मैं गलतियां कीतियां कराइयां। वो कहंदा नहीं महाराज, तुसीं अपने चंदू नूं फड़ के लै जाओ, इहनूं जिहड़ा दुख देना दे दिओ। कहते इहनूं तां सज़ा देनी देनी है, पर नाल तूं भी हकदार है बराबर दा, तेरे राज च होया है काम। जो पातशाह ने 5-7 वारी कहा ना, वो बार बार कहे जी चंदू नूं लै जाओ, मैनू छड्ड दिओ। पातशाह कहते तैनूं नहीं छड्डदे, दोनों नूं सज़ा मिलूगी उत्थे, हिसाब ला ला हुण तूं। जो 5-7 वारी पातशाह ने जवाब देता, पैरी पै गया, घबरा गया, तीलियां आउंदियां जहांगीर नूं भी पातशाह दीयां गल्लां सुन के। हथ बन खड़िया, कहना जी मैनू बख्श दिओ, इहनूं लै जाओ, इहनूं जो मर्जी सज़ा दिओ, मैं जिम्मेवार नहीं इहदा। ते गुरु प्यारो फिर पातशाह ने उत्थों भाई जेठे होरे सिखां नूं कहा फड़ो इहनूं, लै चलो बाहर फड़ के। जेठे ने उहनूं बाहों फड़िया, 2 सिखां ने भरी सभा दे विचों वजीरां दे विचों चंदू नूं फड़िया, बाहर लिआंदा। बाहर लिया के गुरु प्यारिओ उसे दी पग ला के उहनूं मुश्कां बन्नियां गईयां। फिर जो गुरु का हुक्म सी, उहदे कुत्तियां वाली संगली भी पाई गई,
फिर शिकारी जिहड़ा सीगा नाल पातशाह जी दी, जिहदे कोल कुत्ते हुंदे शिकारी, होर साजो समान शिकार दा संभाल के रखदा सी जिहड़ा, ਉਹਨੂੰ ਦਿੱਤਾ ਗਿਆ ਮੈਨੂੰ ਕੁੱਤਿਆਂ ਵਿੱਚ ਬੰਨਣਾ ਹੈ। ਉੱਥੋਂ ਫੜ ਕੇ ਦਿੱਲੀ ਦੇ ਬਾਜ਼ਾਰਾਂ 'ਚ ਘੁਮਾਇਆ ਉਹ ਦੁਸ਼ਟ ਨੂੰ। ਫਿਰ ਮੈਨੂੰ ਟਿੱਲੇ 'ਤੇ ਲਿਆਂਦਾ। ਤੜਕੇ ਦਿੱਲੀ ਦੇ ਵਿੱਚ ਗੱਲ ਫੈਲ ਗਈ ਬਈ ਜਿਹੜਾ ਵਜ਼ੀਰ ਚੰਦੂ ਲੋਕਾਂ ਤੋਂ ਪੈਸਾ ਗੁਰਾਹੀ ਕਰਦਾ ਸੀਗਾ, ਜਿਵੇਂ ਅੱਜ ਕਰ ਰਹੇ ਹੈ, ਜਨਤਾ ਦੇ ਕੋਲ ਰਿਸ਼ਵਤਾਂ ਲੈਂਦਾ ਸੀਗਾ, ਉਹ ਚੰਦੂ ਨੂੰ ਛੇਵੇਂ ਪਾਤਸ਼ਾਹ ਨੇ ਨੱਥ ਮਾਰ ਲਈ ਆ। ਕਹੋ ਸਤਨਾਮ ਸ੍ਰੀ। ਚਲੋ ਦੇਖ ਕੇ ਆਈਏ। ਹੁਣ ਉਹ ਦੇਖਣ ਵਾਸਤੇ ਮੈਨੂੰ ਟਿੱਲੇ 'ਤੇ ਸੰਗਤ ਆਈ ਦਿੱਲੀ ਦੀ। ਪਾਤਸ਼ਾਹ ਦਰਸ਼ਨ ਕੀਤੇ। ਕਹਿੰਦੇ ਜੀ, ਕਹਿੰਦੇ ਵਜ਼ੀਰ ਬਣ ਲਿਆਂਦਾ? ਕਹਿੰਦੇ ਹਾਂ ਭਾਈ। ਕਿੱਥੇ ਆ ਮਹਾਰਾਜ? ਕਹਿੰਦੇ ਉੱਥੇ ਆ। ਅੱਛਾ ਮਹਾਰਾਜ। ਕਹਿੰਦੇ ਇੱਕ ਜਾਂਦੇ ਜਾਂਦੇ ਸੰਗਤ ਭੇਟ ਦੇ ਜਾਓ ਸਾਨੂੰ। ਕਹਿੰਦੇ ਕੀ ਭੇਟਾ? ਕਹਿੰਦੇ ਇਹਨੇ ਤੁਹਾਡੇ ਗੁਰੂ ਨੂੰ ਸ਼ਹੀਦ ਕੀਤਾ, ਤਸੀਹੇ ਦੇ ਕੇ ਇਹਦੀ ਸਜ਼ਾ ਤੁਸੀਂ ਦਿਓ, ਇਸ ਨੂੰ ਅਸੀਂ ਨਹੀਂ ਦੇਣੀ। ਜਾਂਦੇ ਜਾਂਦੇ ਇਹਦੇ 5-5 ਜੁੱਤੀਆਂ ਮਾਰ ਕੇ ਘਰਾਂ ਨੂੰ ਜਾਇਓ। ਕੋ ਸਤਨਾਮ ਸ੍ਰੀ। ਫਿਰ ਸਾਰੀ ਸੰਗਤ ਜੋ ਮੈਨੂੰ ਟਿੱਲੇ 'ਤੇ ਆਈ ਆ, ਉਹਨਾਂ ਦੇ ਕੋਲੋਂ ਇਹਦੇ ਸਿਰ ਜੁੱਤੀਆਂ ਪੈਣ ਲੱਗੀਆਂ। ਕੁੱਤਿਆਂ ਦੇ ਵਿੱਚ ਬੰਨਿਆ ਜਾਂਦਾ ਇਸ ਨੂੰ। ਫਿਰ ਇਹਨੂੰ ਗੁਰੂ ਪਿਆਰੋ ਦਿੱਲੀ ਦੇ ਬਾਜ਼ਾਰ ਵਿੱਚ ਉਹਨਾਂ ਦੁਕਾਨਾਂ 'ਤੇ ਲੈ ਕੇ ਗਏ ਜਿੱਥੋਂ ਇਹ ਰਿਸ਼ਵਤ ਲੈਂਦਾ ਸੀਗਾ, ਮਹੀਨਾ ਲੈਂਦਾ ਸੀਗਾ। ਕਹਿੰਦੇ ਮੰਗ ਹੁਣ ਪੈਸੇ ਇਹਨਾਂ ਤੋਂ। ਇਹ ਹੱਥ ਕਰਕੇ ਮੰਗਦਾ, ਪੰਜੀ ਦੇ ਦਿਓ। ਤੇ ਦੁਕਾਨਦਾਰ ਨੂੰ ਹੁਕਮ ਕੀਤਾ ਵੀ ਤੁਸੀਂ ਪੰਜੀ ਨਹੀਂ ਦੇਣੀ, ਇਹਦੇ ਸਿਰ ਵਿੱਚ ਛਿੱਤਰ ਮਾਰਨਾ। ਕੋ ਸਤਨਾਮ ਸ੍ਰੀ। ਸਾਰੀਆਂ ਦਿੱਲੀ ਦੀਆਂ ਦੁਕਾਨਾਂ 'ਤੇ ਵਿਖਾਇਆ ਗਿਆ ਉਸ ਦੁਸ਼ਟ ਨੂੰ। ਸਾਰੇ ਲਾਹੌਰ ਦੇ ਵਿੱਚ ਘੁਮਾਇਆ ਗਿਆ। ਲਾਹੌਰ ਦੇ ਵਿੱਚ ਘੁਮਾਉਂਦਿਆਂ ਮੈਂ ਆਖਰੀ ਬਚਨਾਂ 'ਤੇ ਆਵਾਂ। ਉੱਥੇ ਪਹੁੰਚ ਗਏ ਜਿੱਥੇ ਉਹ ਭਾਂਡੇ ਆਪਣਾ ਦਾਣੇ ਭੁੰਨਣ ਵਾਲਾ ਬੈਠਾ ਹੈ ਤੇ ਦਾਣੇ ਭੁੰਨੀ ਜਾਂਦਾ ਹੈ। ਪਿੱਛੇ ਬੱਚੇ ਲੱਗੇ ਆ ਚਾਮ ਨਾਲ। ਇਹਦਾ ਸਿਰ ਫੁੱਟ ਚੁੱਕਿਆ, ਲਹੂ ਵਗਦਾ ਹੈ। ਜਦੋਂ ਇਹ ਬੇਹੋਸ਼ ਹੁੰਦਾ ਤੇ ਇਹਨੂੰ ਛੱਡ ਦਿੰਦੇ ਹੈ। ਹੋਸ਼ ਲਿਆ ਕੇ ਫਿਰ ਇਹਦੇ ਪੈਂਦੀਆਂ। ਇਹ ਉਹ ਕੁੱਟਦੇ ਲਾਹੌਰ ਦੇ ਵਿੱਚ ਪਹੁੰਚ ਗਏ। ਉਸ ਭਠਿਆਰੇ ਦੇ ਕੋਲ ਜਿਹੜਾ ਅੱਜ ਵੀ ਭੱਠੀ ਵਿੱਚ ਦਾਣੇ ਭੁੰਨ ਰਿਹਾ ਸੀਗਾ, ਇਹਨੇ ਰੌਲਾ ਪੈਂਦਾ ਸੁਣਿਆ। ਕਹਿੰਦੇ ਕੀ ਹੋ ਗਿਆ? ਕਹਿੰਦੇ ਯਾਰ ਚੰਦੂ ਵਜ਼ੀਰ ਫੜਿਆ ਹੋਇਆ ਸਿੱਖਾਂ ਨੇ, ਕੁੱਟਦੇ ਆ ਰਹੇ ਨਾ। ਕਹਿੰਦੇ ਖੜ ਜਾਓ, ਮੈਂ ਵੀ ਫਿਰ ਹਿਸਾਬ ਇੱਥੇ ਪੂਰਾ ਕਰਦੇ ਆ। ਇਹਨੇ ਮੈਥੋਂ ਧੱਕੇ ਨਾਲ 5ਵੇਂ ਪਾਤਸ਼ਾਹ ਦੇ ਸੀਸ ਵਿੱਚ ਰੇਤਾ ਪਵਾਇਆ ਸੀ। ਕੋ ਸਤਨਾਮ ਸੀ। ਉਹਦਾ ਕਰਛਾ ਜਿਹੜਾ ਕੜਾਹੀ ਵਿੱਚ ਘੁੰਮ ਕੇ ਗਰਮ ਹੋ ਚੁੱਕਿਆ ਸੀ ਤੇ ਤਿੱਖਾ ਹੋ ਚੁੱਕਿਆ ਸੀਗਾ। ਇਹ ਦੁਸ਼ਟ ਦੇ ਤੇੜ ਇੱਕੋ ਕੱਪੜਾ ਰਹਿ ਗਿਆ, ਪੇਟ ਨੰਗਾ, ਸਿਰ ਫੁੱਟਿਆ ਹੋਇਆ। ਉਸ ਭਠਿਆਰੇ ਨੇ ਉਹ ਗਰਮ ਕਰਛਾ ਲਿਆ ਕੇ ਇਹਦੇ ਪੇਟ ਤੇ ਧੁੰਨੀ ਵਾਲੇ ਥਾਂ ਜਦ ਮਾਰਿਆ ਨਾ, ਰੋਟੀ ਜਿੰਨਾ ਥਾਂ ਵੱਢਿਆ ਗਿਆ ਮਾਸ ਦਾ। ਕੋ ਸਤਨਾਮ ਸੀ। ਅੰਦਰਾਂ ਬਾਹਰ ਨਿਕਲ ਗਈਆਂ, ਮਰ ਗਿਆ ਉੱਥੇ ਦੁਸ਼ਟ। ਤੇ ਮੇਰੇ ਪ੍ਰੀਤਮ ਦੀਆਂ ਜੈ ਜੈਕਾਰਾਂ ਹੋਈਆਂ। ਇਸ ਦੁਸ਼ਟ ਨੂੰ ਮਾਰਨ ਤੋਂ ਬਾਅਦ ਅੱਜ ਦੇ ਦਿਨ ਫਿਰ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਸੀ। ਕੋ ਸਤਨਾਮ ਸ੍ਰੀ। ਇਸ ਤਰ੍ਹਾਂ ਉਹ ਦੁਸ਼ਟ ਦਾ ਖਾਤਮਾ ਹੋਇਆ। ਜੇਠੇ ਨੇ ਕਿਹਾ ਜੀ ਮਰ ਗਿਆ ਦੁਸ਼ਟ। ਕਹਿੰਦੇ ਸਿਰ ਦੇ ਉੱਪਰ ਹੀ ਕਰਾਉਣਾ ਕੀ ਹੈ, ਤਾਂ ਮਾਰਨਾ ਹੀ ਸੀ ਇਹਨੂੰ, ਸਜ਼ਾ ਹੀ ਦੇਣੀ ਸੀ। ਇਉਂ ਅੱਜ ਦਾ ਜੋ ਦਿਹਾੜਾ ਬੰਦੀ ਛੋੜ ਦਿਵਸ, ਉੱਥੋਂ ਉਹਨਾਂ ਨੂੰ ਛਡਾਇਆ, ਉਹਨਾਂ ਨੂੰ ਮੁਕਤ ਕੀਤਾ, ਉਹਨਾਂ ਨੂੰ ਗਿਆਨ ਦਿੱਤਾ। ਕਰ ਕਿਰਪਾ ਮੁਕਤ ਗੁਰ ਕੀਨਾ। ਸਤਿਗੁਰੂ ਪਾਤਸ਼ਾਹ ਜੀ ਨੇ ਬੰਧਨ ਕਾਟ ਮੁਕਤ ਗੁਰ ਕੀਨਾ, ਦੁੱਖ ਸੋ ਕੱਟ ਜਨਮ ਫਣ ਮੂਆ। ਬੰਦਾ ਦੁੱਖਾਂ ਸੁੱਖਾਂ ਨੂੰ ਭੋਗਦਾ, ਜੰਮਦਾ ਮਰਦਾ ਰਹਿੰਦਾ ਹੈ, ਪਰ ਧੰਨ ਹੈ ਗੁਰੂ ਨਾਨਕ ਦੀ ਗੱਦੀ ਜਿਨ੍ਹਾਂ ਨੇ ਇਹਦੇ ਚਰਨਾਂ 'ਚ ਆਸਰਾ ਲੈ ਲਿਆ। ਚਰਨ ਕਮਲ ਗੁਰ ਆਸ਼ਰਮ ਦੀਆ, ਅਗਨ ਸਾਗਰ ਬੂੜ ਸੰਸਾਰਾ। ਇਹ ਸੰਸਾਰ ਅੱਗ ਦੇ ਸਾਗਰ ਵਿੱਚ ਡੁੱਬਦਾ ਜਾ ਰਿਹਾ ਹੈ। ਧੰਨ ਗੁਰੂਆਂ ਨੇ ਬਾਹਾਂ ਪਕੜ ਸਤਿਗੁਰ ਨਿਸਤਾਰਾ। ਗੁਰੂਆਂ ਨੇ ਬਾਹ ਫੜ ਕੇ ਉਹਨਾਂ ਨੂੰ ਕੱਢ ਲਿਆ ਜਿਨ੍ਹਾਂ ਨੇ ਗੁਰੂ ਦਾ ਪੱਲਾ ਫੜ ਲਿਆ। ਤਾਂ ਅੱਜ ਦੇ ਦਿਨ ਤੋਂ ਆਪਾਂ ਇਹ ਸਬਕ ਸਿੱਖੀਏ ਬਈ ਅਸੀਂ ਵੀ ਗੁਰੂ ਦੇ ਪੱਲੇ ਲੱਗ ਜਾਈਏ। ਜਿਨ੍ਹਾਂ ਨੇ ਹਜੇ ਤੱਕ ਅੰਮ੍ਰਿਤ ਨਹੀਂ ਛਕਿਆ ਨਾ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਉਸ ਤੋਂ ਬਾਅਦ ਪਾਤਸ਼ਾਹ ਜੀ ਨੇ ਕੁਝ ਦਿਨ ਉੱਥੇ ਰਹਿਣਾ ਕੀਤਾ ਲਾਹੌਰ ਦੇ ਵਿੱਚ। ਫਿਰ ਪਾਤਸ਼ਾਹ ਜੀ ਅੱਜ ਦੇ ਦਿਨ ਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਆਏ ਤੇ ਸਿੱਖਾਂ ਨੇ ਘਿਓ ਦੇ ਦੀਵੇ ਬਾਲ ਕੇ ਦੀਵਾਲੀ ਭਾਵ ਦੀਪਮਾਲਾ ਕੀਤੀ। ਔਰ ਇਸ ਤਰ੍ਹਾਂ ਸਤਿਗੁਰਾਂ ਨੇ ਉਸ ਦੁਸ਼ਟ ਦਾ ਜ਼ੁਲਮ ਦਾ ਅੰਤ ਕੀਤਾ। ਫਿਰ ਜਹਾਂਗੀਰ ਠੀਕ ਰਿਹਾ। ਜਹਾਂਗੀਰ ਇੱਕ ਦਿਨ ਆਪਣੇ ਪੁੱਤਰ ਸ਼ਾਹਜਹਾਂ ਨੂੰ ਲੈ ਕੇ ਆ ਗਿਆ 6ਵੇਂ ਪਾਤਸ਼ਾਹ ਕੋਲੇ। ਮਹਾਰਾਜ ਜਿਵੇਂ ਮੇਰੇ ਨਾਲ ਨਿਭਾਈ ਆ, ਮੇਰੇ ਪੁੱਤਰ ਨਾਲ ਵੀ ਆਈ ਨਿਭਾ ਲਿਓ। ਤੇ 6ਵੇਂ ਪਾਤਸ਼ਾਹ ਨੇ ਮੂੰਹ ਤੇ ਸੱਚ ਕਹਿਤਾ, ਜਿਵੇਂ ਤੂੰ ਨਿਭਾਈ ਤੇਰੇ ਨਾਲ ਨਿਭ ਗਈ, ਜਿਵੇਂ ਤੇਰਾ ਪੁੱਤ ਨਿਭਾਊਗਾ ਉਵੇਂ ਅਸੀਂ ਨਿਭਾ ਲਾਂਗੇ। ਸ਼ਾਹਜਹਾਂ ਨੇ ਲੜਾਈਆਂ ਵਿੱਢ ਲਈਆਂ, 4 ਜੰਗਾਂ ਕੀਤੀਆਂ, 4 ਜੰਗਾਂ ਹੀ ਹਾਰਿਆ। ਤੇ ਇਉਂ 6ਵੇਂ ਪਾਤਸ਼ਾਹ ਜੀ ਨੇ ਜਿਹਾ ਸਤਿਗੁਰ ਕਰ ਜਾਣੀਆ ਤੇਹੋ ਜਿਹਾ ਸੁੱਖ ਹੋਏ। ਜਿਹੋ ਜਿਹਾ ਕੋਈ ਗੁਰੂ ਨੂੰ ਮੰਨੂਗਾ ਉਹਨੂੰ ਗੁਰੂ ਉਹੇ ਜੀ ਵਾਪਸੀ ਦੇ ਦੂਗਾ।
इस करके गुरु वाले बनीए। अड़े सो झड़े शन पर तरे जिहड़े अड़दे आ झड़ जाते हैं, जिहड़े शन च आ जाते हैं वो तर जाते हैं। सो आओ विचारा इत्थे रोकते हैं, उपरंत समाप्ति करांगे। बोलदे अनेकां अखर बाद घाट हो जाते। सिख संगत ते सतगुरु बख्शण योग है, बख्श लेना जी। समाप्ति करिए। बुलाओ फतेह पाओ फतेह। वाहिगुरू जी का खालसा, वाहिगुरू जी की फतेह।